morning, students. Once again, welcome back to my YouTube channel. Today, I am continuing with the previous session. This is the third part of related to the this session. Name of the chapter is ਕੁਦਰਤੀ ਬਨਸਪਤੀ ਜੀਵ ਜੰਤੂ ਅਤੇ ਮਿੱਟੀ। ਇੰਗਲਿਸ਼ ਦੇ ਵਿੱਚ ਹੈ ਨੈਚੁਰਲ ਵੈਰੀਏਸ਼ਨ ਵਾਈਲਡ ਲਾਈਫ ਐਂਡ ਸੋਇਲ। ਅਸੀਂ ਇਹਦਾ ਤੀਜਾ ਜਿਹੜਾ ਸੈਸ਼ਨ ਆ ਜਾਂ ਤੀਜਾ ਪਾਰਟ ਆ ਉਹਦੇ ਬਾਰੇ ਡਿਸਕਸ ਕਰਾਂਗੇ। ਅਸੀਂ ਪਹਿਲਾਂ ਤਿੰਨ ਜਿਹੜੇ ਸ਼ਾਰਟ ਕੁਐਸਚਨ ਆਨਸਰ ਸੀ ਉਹਦੇ ਬਾਰੇ ਡਿਸਕਸ ਕਰ ਚੁੱਕੇ ਸੀ। ਹੁਣ ਅਸੀਂ ਅਗਲੇ ਜਿਹੜੇ ਸ਼ਾਰਟ ਕੁਐਸਚਨ ਉਹਦੇ ਬਾਰੇ ਡਿਸਕਸ ਕਰਦੇ ਹਾਂ। ਚੌਥਾ ਕੁਐਸਚਨ ਹੈ ਦੇਸ਼ ਦੇ ਵਿੱਚ ਜੰਗਲੀ ਖੇਤਰ ਦਾ ਖੇਤਰੀ ਅਤੇ ਰਾਜ ਪੱਧਰ ਤੇ ਮੁਲਾਂਕਣ ਕਰੋ। ਉੱਤਰ ਹੈ ਦੇਸ਼ ਦਾ ਵਿਕਾਸ ਅਤੇ ਵਾਤਾਵਰਣ ਵਿੱਚ ਸੰਤੁਲਨ ਬਣਾਈ ਰੱਖਣ ਦੇ ਲਈ ਦੇਸ਼ ਦੇ ਵਿੱਚ ਘੱਟੋ ਘੱਟ 33% ਭੂਮੀ ਤੇ ਜੰਗਲ ਜ਼ਰੂਰੀ ਹੋਣੇ ਚਾਹੀਦੇ ਹਨ, ਪਰ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਸਿਰਫ 22.7% ਭੂਮੀ ਹੀ ਜੰਗਲਾਂ ਅਧੀਨ ਹੈ। ਰਾਜ ਪੱਧਰ ਤੇ ਇਸ ਵੰਡ ਦਾ ਬਹੁਤ ਹੀ ਆਸਾਨ ਹੈ, ਜੋ ਕਿ ਹੇਠ ਲਿਖਿਆ ਵੇਰਵੇ ਤੋਂ ਸਪਸ਼ਟ ਹੈ। ਪਹਿਲਾ ਹੈ ਤ੍ਰਿਪੁਰਾ ਦੇ ਵਿੱਚ 59.6, ਹਿਮਾਚਲ ਪ੍ਰਦੇਸ਼ ਦੇ ਵਿੱਚ 48.1, ਅਰੁਣਾਚਲ ਪ੍ਰਦੇਸ਼ ਦੇ ਵਿੱਚ 45.8%, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਵਿੱਚ 32.9% ਅਤੇ ਅਸਾਮ ਦੇ ਵਿੱਚ 29.3% ਦਾ ਮੁਕਾਬਲਤਨ ਜ਼ਿਆਦਾ ਵਣ ਖੇਤਰ ਹਨ। ਪੰਜਾਬ ਦੇ ਵਿੱਚ 2.3, ਰਾਜਸਥਾਨ ਦੇ ਵਿੱਚ 3.6, ਗੁਜਰਾਤ ਦੇ ਵਿੱਚ 8.8% ਅਤੇ ਹਰਿਆਣਾ ਦੇ ਵਿੱਚ 12.1, ਪੱਛਮੀ ਬੰਗਾਲ ਦੇ ਵਿੱਚ 12.5% ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਰਾਜਾਂ ਦੇ ਵਿੱਚ 15% ਤੋਂ ਵੀ ਘੱਟ ਭੂਮੀ ਵਣਾਂ ਹੇਠ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਦੇ ਵਿੱਚ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਵਿੱਚ ਸਭ ਤੋਂ ਵੱਧ 94.6% ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵਿੱਚ ਸਭ ਤੋਂ ਘੱਟ 2.1 ਵਣ ਖੇਤਰ ਹੈ। ਨੈਕਸਟ ਹੈ ਸਾਡੇ ਕੋਲ ਪੰਜਵਾਂ ਕੁਐਸਚਨ, ਪਹੁੰਚਣ ਤੇ ਕਾਨੂੰਨੀ ਆਧਾਰ ਤੇ ਦੇਸ਼ ਦੇ ਵਿੱਚ ਵਣ ਖੇਤਰਾਂ ਦੀ ਵੰਡ ਕੀ ਹੈ। ਉੱਤਰ ਹੈ ਵੱਖ-ਵੱਖ ਧਾਰਾਂ ਤੇ ਵਣਾਂ ਦੀ ਵਰਗੀਕਰਨ ਹੇਠ ਲਿਖੇ ਢੰਗ ਨਾਲ ਕੀਤਾ ਜਾ ਸਕਦਾ ਹੈ। ਪਹਿਲਾ ਹੈ ਪਹੁੰਚ ਦੇ ਆਧਾਰ ਤੇ ਛੂਹੇ ਵਣ ਤੇ ਅਣਛੂਹਣ ਵਣ। ਪੱਤਿਆਂ ਦੇ ਆਧਾਰ ਤੇ ਚੌੜੇ ਪੱਤਿਆਂ ਵਾਲੇ ਵਣ, ਨੁਕੀਲੇ ਪੱਤਿਆਂ ਵਾਲੇ ਵਣ। ਤੀਜਾ ਹੈ ਪ੍ਰਸ਼ਾਸਨਿਕ ਆਧਾਰ ਤੇ ਰਾਜ ਅਧੀਨ ਵਣ, ਲੋਕਲ ਬਾਡੀਜ਼ ਅਧੀਨ ਵਣ ਅਤੇ ਨਿੱਜੀ ਵਣ। ਚੌਥਾ ਹੈ ਵਣਾਂ ਦੇ ਕਾਨੂੰਨ ਦੇ ਆਧਾਰ ਤੇ ਸੁਰੱਖਿਅਤ ਵਣ, ਆਵੰਡੇ ਵਣ। ਭੂਗੋਲਿਕ ਖੇਤਰ ਦੇ ਆਧਾਰ ਤੇ ਉਸ਼ਣ ਸਦਾਬਹਾਰੀ ਵਣ, ਪਤਝੜੀ ਅਤੇ ਮਾਨਸੂਨੀ ਵਣ, ਖੁਸ਼ਕ ਵਣ, ਜਵਾਰੀ ਵਣ ਤੇ ਪਰਬਤੀ ਵਣ। ਦੇਸ਼ ਦਾ 18% ਵਣ ਖੇਤਰ ਮਨੁੱਖੀ ਪਹੁੰਚ ਤੋਂ ਬਾਹਰ ਹਨ। ਇਸ ਤਰ੍ਹਾਂ ਅਸੀਂ ਸਿਰਫ ਆਪਣੇ 82.82% ਵਣ ਖੇਤਰਾਂ ਦੀ ਵਰਤੋਂ ਕਰ ਸਕਦੇ ਹਾਂ। ਦੇਸ਼ ਦੇ ਵਿੱਚ ਤੋਂ ਕਟਾਈ ਤੋਂ ਰੋਕਣ ਅਤੇ ਵਾਤਾਵਰਣ ਦੀ ਸੰਭਾਲ ਅਤੇ ਲੱਕੜੀ ਦੀ ਪੂਰਤੀ ਲਈ 52% ਵੇਣ ਦੀ ਵਰਤੋਂ ਹੁੰਦੀ ਹੈ। ਅਗਲਾ ਪ੍ਰਸ਼ਨ ਹੈ ਪਤਝੜੀ ਅਤੇ ਮਾਨਸੂਨੀ ਬਨਸਪਤੀ ਤੇ ਸੰਖੇਪ ਨੋਟ ਲਿਖੋ। ਉਹ ਬਨਸਪਤੀ ਜੋ ਗਰਮੀ ਰੁੱਤ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਵਧੇਰੇ ਵਾਸ਼ਪੀਕਰਨ ਨੂੰ ਰੋਕਣ ਦੇ ਲਈ ਆਪਣੇ ਪੱਤੇ ਸੁੱਟ ਦਿੰਦੀ ਹੈ, ਪਤਝੜੀ ਜਾਂ ਮਾਨਸੂਨੀ ਬਨਸਪਤੀ ਕਹਾਉਂਦੀ ਹੈ। ਬਨਸਪਤੀ ਵਰਖਾ ਦੇ ਆਧਾਰ ਤੇ ਜਿਹੜੇ ਸਿੱਲਾ ਅਤੇ ਅਰਧ ਖੁਸ਼ਕ ਦੋ ਉਪ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਸਿੱਲੇ ਪਤਝੜੀ ਵਣ। ਇਸ ਤਰ੍ਹਾਂ ਦੇ ਬਨਸਪਤੀ ਉਹਨਾਂ 4 ਵੱਡੇ ਖੇਤਰਾਂ ਵਿੱਚ ਮਿਲਦੀ ਹੈ ਜਿੱਥੇ ਸਾਲਾਨਾ 100 ਤੋਂ 200 ਸੈਂਟੀਮੀਟਰ ਤੱਕ ਹੈ। ਇਹਨਾਂ ਖੇਤਰਾਂ ਦੇ ਵਿੱਚ ਦਰਖਤ ਘੱਟ ਸੰਘਣੇ ਹੁੰਦੇ ਹਨ, ਪਰ ਇਹਨਾਂ ਦੀ ਲੰਬਾਈ 30 ਮੀਟਰ ਤੱਕ ਪਹੁੰਚ ਜਾਂਦੀ ਹੈ। ਸਾਲ, ਟਾਹਲੀ, ਸਲੌਂਗ, ਟੀਕ, ਚੰਦਨ, ਜਾਮਣ, ਅਮਲਤਾਸ, ਹਲਦੂ, ਮੁਈਆ, ਸ਼ਰਾਬੂ, ਏਬਨੀ, ਸਹਿਤੂਤ ਇਹਨਾਂ ਵਣਾਂ ਦੇ ਵਿੱਚ ਮੁੱਖ ਦਰਖਤ ਹਨ। ਦੂਜਾ ਹੈ ਖੁਸ਼ਕ ਪਤਝੜੀ ਬਨਸਪਤੀ। ਇਸ ਤਰ੍ਹਾਂ ਦੀ ਬਨਸਪਤੀ 50 ਤੋਂ 100 ਸੈਂਟੀਮੀਟਰ ਦੇ ਘੱਟ ਵਰਖਾ ਵਾਲੇ ਖੇਤਰ ਵਿੱਚ ਮਿਲਦੀ ਹੈ। ਇਸ ਦੀ ਲੰਬੀ ਪੱਟੀ ਪੰਜਾਬ ਤੋਂ ਸ਼ੁਰੂ ਹੋ ਕੇ ਦੱਖਣੀ ਪਠਾਰ ਦੇ ਮੱਧ ਹਿੱਸੇ ਦੇ ਆਸ-ਪਾਸ ਖੇਤਰਾਂ ਤੱਕ ਫੈਲੀ ਹੋਈ ਹੈ। ਟਾਹਲੀ, ਕਿੱਕਰ, ਫਲਾਹੀ, ਬੋਹੜ, ਹਿਲਦੂ ਇੱਥੇ ਦੇ ਮੁੱਖ ਦਰਖਤ ਹਨ। ਨੈਕਸਟ ਹੈ 7ਵਾਂ ਕੁਐਸਚਨ, ਪੂਰਬੀ ਹਿਮਾਲਿਆ ਖੇਤਰ ਦੇ ਵਿੱਚ ਕਿਸ ਤਰ੍ਹਾਂ ਦੀ ਬਨਸਪਤੀ ਮਿਲਦੀ ਹੈ। ਉੱਤਰ ਹੈ ਪੂਰਬੀ ਹਿਮਾਲਿਆ ਖੇਤਰ ਦੇ ਵਿੱਚ 4000 ਕਿਸਮਾਂ ਦੇ ਫੁੱਲ ਅਤੇ 250 ਕਿਸਮਾਂ ਦੀ ਫਲਨ ਮਿਲਦੀ ਹੈ। ਇੱਥੋਂ ਦੀ ਬਨਸਪਤੀ ਦੀ ਉਚਾਈ ਵਧਣ ਨਾਲ ਤਾਪਮਾਨ ਅਤੇ ਵਰਖਾ ਵਿੱਚ ਆਏ ਅੰਤਰ ਦਾ ਡੂੰਘਾ ਅਸਰ ਪੈਂਦਾ ਹੈ। ਪਹਿਲਾ ਹੈ ਇੱਥੇ 1200 ਮੀਟਰ ਦੀ ਉਚਾਈ ਤੱਕ ਪਤਝੜੀ ਬਨਸਪਤੀ ਅਤੇ ਮਿਸ਼ਰਿਤ
ਦਰਖਤ ਵਧੇਰੇ ਮਿਲਦੇ ਹਨ। ਦੂਜਾ, ਇੱਥੇ 1200 ਤੋਂ ਲੈ ਕੇ 2000 ਸੈਂਟੀਮੀਟਰ ਦੀ ਉਚਾਈ ਤੱਕ ਸੰਘਣੇ ਸਦਾਬਹਾਰੀ ਬਣ ਮਿਲਦੇ ਹਨ। ਸਾਲ ਅਤੇ ਮੈਂਗਲੋਲੀਆ ਇਹਨਾਂ ਬਣਾਂ ਦੇ ਮੁੱਖ ਦਰਖਤ ਹਨ। ਇਹਨਾਂ ਵਿੱਚ ਦਾਲਚੀਨੀ, ਅਸੂਲਾ, ਚਨੌਲੀ, ਦਿਲਨੀਰੀਆ ਦੇ ਦਰਖਤ ਵੀ ਮਿਲਦੇ ਹਨ। ਤੀਜਾ, ਇੱਥੇ 2000 ਤੋਂ 2500 ਸੈਂਟੀਮੀਟਰ ਤੱਕ ਦੀ ਉਚਾਈ ਦੇ ਤਾਪਮਾਨ ਘੱਟ ਹੋ ਜਾਣ ਦੇ ਕਾਰਨ ਸ਼ੀਤ ਉਸ਼ਣ ਪ੍ਰਕਾਰ ਯਾਨੀ ਕਿ ਟੈਂਪਰੇਚਰ ਟਾਈਪ ਦੇ ਬਨਸਪਤੀ ਮਿਲਦੀ ਹੈ। ਇਸ ਵਿੱਚ ਅੱਕ, ਚੈਸਟੀਟਨ, ਲਾਰੇਲ, ਬ੍ਰਿਚਲ, ਮੈਪਲ ਅਤੇ ਉਪਚਲ ਜਿਹੜੇ ਚੌੜੇ ਪੱਤਿਆਂ ਦੇ ਰੁੱਖ ਮਿਲਦੇ ਹਨ। ਚੌਥਾ, ਇੱਥੇ 2500 ਤੋਂ ਲੈ ਕੇ 3000 ਮੀਟਰ ਤੱਕ ਦੇ ਤਿੱਖੇ ਪੱਤਿਆਂ ਵਾਲੇ ਕੋਣਦਾਰੀ ਅਤੇ ਸ਼ੰਕੂ ਰੁੱਖ ਦਿਖਾਈ ਦਿੰਦੇ ਹਨ। ਅਗਲਾ ਹੈ ਇਹਦਾ ਹੀ ਕੁਐਸਚਨ ਦਾ ਥੋੜਾ ਜਿਹਾ ਪਾਰਟ ਰਹਿ ਗਿਆ ਸੀ। ਇਹਨਾਂ ਵਿੱਚ ਸਿਵਲ ਫਲ, ਪਾਈਪਨ, ਸਪਰੂਸ, ਦੇਵਾਵਾਰ, ਟੋਰਾਡਰਨ, ਨੀਲਾ ਪਾਈਪ ਜਿਹੜੇ ਘੱਟ ਉਚਾਈ ਵਾਲੇ ਦਰਖਤ ਮਿਲਦੇ ਹਨ। ਸਭ ਤੋਂ ਵੱਧ ਉਚਾਈ ਅਤੇ ਛੋਟੀ ਛੋਟੀ ਕੁਦਰਤੀ ਘਾਹ ਤੇ ਫੁੱਲ ਆਦਿ ਦੇ ਪੌਦੇ ਵੀ ਉੱਗਦੇ ਹਨ। ਅੱਠਵਾਂ, ਕੁਦਰਤੀ ਬਨਸਪਤੀ ਉਦਯੋਗਾਂ ਲਈ ਕਿਸ ਤਰ੍ਹਾਂ ਦੇ ਜੀਵਨ ਦਾਨ ਦਾ ਕੰਮ ਕਰਦੀ ਹੈ? ਉੱਤਰ ਹੈ, ਕੁਦਰਤੀ ਬਨਸਪਤੀ ਕਈ ਤਰ੍ਹਾਂ ਦੇ ਉਦਯੋਗਾਂ ਦੇ ਆਧਾਰ ਤੇ ਬਣਾਂ ਦੇ ਆਧਾਰਿਤ ਮੁੱਖ ਮਹੱਤਵਪੂਰਨ ਉਦਯੋਗਿਕ ਉਪਯੋਗ ਹੇਠ ਲਿਖੇ ਹਨ। ਪਹਿਲਾ, ਮਾਚਿਸ ਉਦਯੋਗ। ਬਣਾਂ ਦੇ ਵਿੱਚ ਪ੍ਰਾਪਤ ਨਰਮ ਲੱਕੜੀ ਮਾਚਿਸ ਬਣਾਉਣ ਦੇ ਕੰਮ ਆਉਂਦੀ ਹੈ। ਦੂਜਾ, ਲਾਖ ਉਦਯੋਗ। ਲਾਖ ਇੱਕ ਤਰ੍ਹਾਂ ਦੇ ਕੀੜੇ ਤੋਂ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਦਾ ਰਿਕਾਰਡ, ਬੂਟ ਪਾਲਿਸ਼, ਬਿਜਲੀ ਦਾ ਸਮਾਨ ਆਦਿ ਬਣਾਉਣ ਵਿੱਚ ਵਰਤਿਆ ਜਾਂਦਾ ਹੈ। ਤੀਜਾ, ਕਾਗਜ਼ ਉਦਯੋਗ। ਕਾਗਜ਼ ਉਦਯੋਗ ਦੇ ਲਈ ਬਾਂਸ, ਸਫੈਦਾ ਅਤੇ ਇਸ ਤਰ੍ਹਾਂ ਦੀਆਂ ਘਾਹ ਵਰਤੀ ਜਾਂਦੀ ਹੈ ਜੋ ਬਾਂਸ ਤਰਾਈ ਦੇ ਖੇਤਰ ਦੇ ਵਿੱਚ ਬਹੁਤਾ ਮਿਲਦਾ ਹੈ। ਚੌਥਾ ਹੈ ਬਾਨਸ ਰੰਗ ਅਤੇ ਰੰਗ। ਬਾਨਸ ਅਤੇ ਰੰਗ ਗੰਦੇ ਬੋਚਰੇ ਤੋਂ ਤਿਆਰ ਕੀਤੇ ਜਾਂਦੇ ਹਨ ਜੋ ਬਣਾਂ ਤੋਂ ਪ੍ਰਾਪਤ ਹੁੰਦਾ ਹੈ। ਪੰਜਵਾਂ, ਦਵਾਈ ਨਿਰਮਾਣ। ਬਣਾਂ ਤੋਂ ਪ੍ਰਾਪਤ ਕੁਝ ਦਰੱਖਤਾਂ ਦਾ ਉਪਯੋਗੀ ਦਵਾਈਆਂ ਵੀ ਬਣਾਈਆਂ ਜਾਂਦੀਆਂ ਹਨ। ਉਦਾਹਰਨ ਵਜੋਂ ਸਿਲੀਕਾਨ ਕੁਲੀਨ ਬਣਾਉਂਦੀ ਹੈ। ਹੋਰ ਉਦਯੋਗ, ਬਣਾਂ ਤੇ ਪੈਨਸਲ, ਡੱਬੇ ਬਣਾਉਣੇ, ਰਬੜ, ਤਾਲਪੀਨ, ਚੰਦਨ ਦਾ ਤੇਲ, ਫਰਨੀਚਰ ਅਤੇ ਖੇਡਾਂ ਦਾ ਸਮਾਨ ਬਣਾਉਣ ਦੇ ਲਈ ਉਦਯੋਗਾਂ ਦੇ ਉਪਯੋਗ ਦੇ ਆਧਾਰਿਤ ਹਨ। ਨੌਵਾਂ ਕੁਐਸਚਨ, ਕੁਦਰਤੀ ਬਨਸਪਤੀ ਦੇਸ਼ ਦੇ ਅੰਦਰ ਅੰਧਾਧੁੰਦ ਕਟਾਈ ਦੇ ਕੀ ਸਿੱਟੇ ਨਿਕਲੇ ਹਨ? ਕੁਦਰਤੀ ਬਨਸਪਤੀ ਸਾਡੇ ਜੀਵਨ ਦੇ ਵਿੱਚ ਬਹੁਤ ਮਹੱਤਵ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਕੁਦਰਤੀ ਬਨਸਪਤੀ ਦੀ ਅੰਧਾਧੁੰਦ ਕਟਾਈ ਕੀਤੀ ਗਈ ਹੈ। ਇਸ ਕਟਾਈ ਦੇ ਸਾਨੂੰ ਹੇਠ ਲਿਖੀਆਂ ਹਾਨੀਆਂ ਹਨ। ਪਹਿਲਾ, ਕੁਦਰਤੀ ਬਨਸਪਤੀ ਦੀ ਕਟਾਈ ਨਾਲ ਵਾਤਾਵਰਣ ਦੇ ਸੰਤੁਲਨ ਵਿਗੜ ਗਿਆ ਹੈ। ਦੂਸਰਾ ਹੈ, ਪਹਾੜੀ ਢਲਾਨਾਂ ਅਤੇ ਮੈਦਾਨੀ ਖੇਤਰਾਂ ਵਿੱਚ ਬਨਸਪਤੀ ਰਹਿਤ ਹੋਣ ਕਾਰਨ ਹੜ੍ਹ ਅਤੇ ਭੂ-ਖੋਰ ਦੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਤੀਜਾ, ਪੰਜਾਬ ਦੇ ਉੱਤਰੀ ਭਾਗਾਂ ਦੇ ਵਿੱਚ ਸ਼ਿਵਾਲਿਕ ਪਰਬਤਮਾਲਾ ਦੇ ਹੇਠਲੇ ਹਿੱਸੇ ਦੇ ਵਿੱਚ ਵਗਣ ਵਾਲੀ ਬਰਸਾਤੀ ਨਾਲਿਆਂ ਦਾ ਖੇਤਰ ਵਿੱਚ ਬਣ ਕਟਾਅ ਰਾਹੀਂ ਭੂਮੀ ਕਟਾਅ ਦੀ ਸਮੱਸਿਆ ਕਾਰਨ ਬੰਜਰ ਜ਼ਮੀਨ ਵਿੱਚ ਵਾਧਾ ਹੋਇਆ ਹੈ। ਮੈਦਾਨੀ ਖੇਤਰਾਂ ਦਾ ਪਾਣੀ ਦਾ ਪੱਧਰ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਖੇਤੀ ਦੀ ਸਿੰਜਾਈ ਦੀ ਸਮੱਸਿਆ ਨਾਲ ਘੁਲਣਾ ਪੈ ਰਿਹਾ ਹੈ। ਅਗਲਾ ਪਾਰਟ ਹੈ ਜੀਵ ਜੰਤੂ ਦੇ ਉੱਤੇ। ਪਹਿਲਾ ਕੁਐਸਚਨ ਹੈ, ਇਹ ਲਾਸਟ ਆ ਇਸ ਸੈਸ਼ਨ ਦਾ, ਦੇਸ਼ ਦੇ ਵਿੱਚ ਜੀਵ ਜੰਤੂਆਂ ਦੀ ਸਾਂਭ ਸੰਭਾਲ ਲਈ ਕੀ ਉਪਰਾਲੇ ਕੀਤੇ ਜਾ ਰਹੇ ਹਨ? ਉੱਤਰ ਹੈ, 1972 ਦੇ ਵਿੱਚ ਭਾਰਤੀ ਵਣ ਜੀਵਨ ਸੁਰੱਖਿਆ ਕਾਨੂੰਨ ਬਣਾਇਆ ਗਿਆ ਹੈ। ਇਸ ਦੇ ਅਧੀਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ 83,885 ਵਰਗ ਕਿਲੋਮੀਟਰ ਖੇਤਰ ਦੇਸ਼ ਦਾ 2.7% ਕੁੱਲ ਵਣ ਖੇਤਰ ਦਾ 12% ਭਾਗ ਨੂੰ ਰਾਸ਼ਟਰੀ ਪਾਰਕ ਅਤੇ ਵਣ ਪ੍ਰਤੀਨ ਚਿੜੀਆਘਰ ਐਲਾਨਿਆ ਗਿਆ ਹੈ। ਦੂਜਾ ਹੈ, ਖਤਮ ਹੋ ਰਹੇ ਵਣ ਜੀਵਾਂ ਦੇ ਖਾਸ ਧਿਆਨ ਦਿੱਤਾ ਜਾਣਾ ਲੱਗਾ ਹੈ। ਤੀਜਾ ਹੈ, ਪਸ਼ੂ ਪੰਛੀਆਂ ਦੀਆਂ ਗਣਨਾ ਦਾ ਕੰਮ ਰਾਸ਼ਟਰੀ ਪੱਧਰ ਤੇ ਸ਼ੁਰੂ ਕੀਤਾ ਗਿਆ ਹੈ। ਤੀਜਾ, ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਸਮੇਂ ਭਿਗਿਆੜਾਂ ਦੇ 16 ਸੁਰੱਖਿਅਤ ਖੇਤਰ ਹਨ। ਪੰਜਵਾਂ, ਅਸਾਮ ਦੇ ਵਿੱਚ ਗੈਂਡੇ ਨੂੰ ਸੁਰੱਖਿਅਤ ਰੱਖਣ ਦੀ ਖਾਸ ਯੋਜਨਾ ਚਲਾਈ ਜਾ ਰਹੀ ਹੈ। ਇਹ ਸੀਗਾ ਅੱਜ ਦਾ ਸੈਸ਼ਨ ਜਿਹਦੇ ਵਿੱਚ ਅਸੀਂ ਕਈ ਸ਼ਾਰਟ ਕੁਐਸਚਨ ਆਨਸਰ ਦੀ ਡਿਸਕਸ ਕੀਤੀ। ਅਸੀਂ ਅਗਲਾ ਪਾਰਟ ਹੁਣ ਜੀਵ ਜੰਤੂਆਂ ਦੇ ਜਿਹੜੇ ਸ਼ਾਰਟ ਕੁਐਸਚਨ ਆਨਸਰ ਨੇ ਮੈਂ ਪਹਿਲਾਂ ਡਿਸਕਸ ਕਰ ਚੁੱਕਿਆ। ਅਗਲਾ ਅਸੀਂ ਨੈਕਸਟ ਸੈਸ਼ਨ ਦੇ ਵਿੱਚ ਗੱਲ ਕਰਾਂਗੇ। ਆਈ ਹੋਪ ਤੁਹਾਨੂੰ ਸੈਸ਼ਨ ਜਿਹੜਾ ਵਧੀਆ ਲੱਗਿਆ ਹੋਵੇਗਾ। ਆਪਣੇ ਵੈਲਿਊਏਬਲ ਕਮੈਂਟਸ ਮੇਰੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦਿਓ। ਮੇਰੇ ਚੈਨਲਸ ਦੇ ਜਿਹੜੀ ਇਹ ਵੀਡੀਓਜ਼ ਨੇ ਉਹਨਾਂ ਨੂੰ ਜ਼ਰੂਰ ਦੂਸਰਿਆਂ ਨਾਲ ਸ਼ੇਅਰ ਕਰੋ। ਮੈਂ ਇਸ ਸੈਸ਼ਨ ਦੇ ਵਿੱਚ ਅਸੀਂ ਜਿਹੜੀ 10th ਦੀ ਪੰਜਾਬੀ ਮੀਡੀਅਮ ਜਿਹੜੀ SST ਉਹਦੀ ਡਿਸਕਸ ਕਰ ਰਹੇ ਹਾਂ। ਮੈਂ ਨਾਲ ਦੀ ਨਾਲ SST ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਸੈਸ਼ਨ ਕੰਡਕਟ ਕਰ ਰਿਹਾ ਹਾਂ। ਇੰਗਲਿਸ਼
ਮੈਥ ਸਾਇੰਸ ਤੇ ਇਹ ਵੀ ਸਾਰੇ ਨਾਲ ਦੀ ਨਾਲ ਪੈਰਲਲ ਚੱਲ ਰਹੀਆਂ ਨੇ। 6 to 10th ਕਲਾਸਿਸ ਦੀਆਂ, +1 ਦੀਆਂ ਕਮਰਸ ਦੀਆਂ ਕਲਾਸਿਸ ਪਲੱਸ ਇੰਗਲਿਸ਼ ਦੀਆਂ ਕਲਾਸਿਸ ਚੱਲ ਰਹੀਆਂ ਨੇ ਤੇ +2 ਦੀਆਂ ਵੀ ਮੈਂ ਅਕਾਊਂਟਸ ਤੇ ਇਕਨੋਮਿਕਸ ਦੀਆਂ ਕਲਾਸਿਸ ਪੈਰਲਲ ਚਲਾ ਰਿਹਾ ਹਾਂ। ਤੇ ਮੇਰੇ ਚੈਨਲ ਦੇ ਨਾਲ ਜੁੜ ਕੇ ਤੁਸੀਂ ਇਹਨਾਂ ਚੀਜ਼ਾਂ ਨੂੰ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਜਸਟ ਡੂ ਇਟ ਫॉर ਆवर ਬ੍ਰਾਈਟ ਫਿਊਚਰ। ਥੈਂਕਸ ਅ ਲੋਟ ਵਾਚਿੰਗ ਫॉर ਮਾਈ